प्यारे दर्शकों, तुहाडा स्वागत है। ਅੱਜ इस वीडियो ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਤੇ ਗੱਲਬਾਤ ਵੀ ਵਿਦਿਆਰਥੀ ਪੱਧਰ ਦੀ ਗੱਲਬਾਤ, ਜਿਸ ਦੇ ਵਿੱਚ ਐਮਏ ਕਰਦੇ ਵਿਦਿਆਰਥੀਆਂ ਦੇ ਸੰਬੰਧੀ ਗੱਲਬਾਤ ਜਾਂ ਐਮਏ ਕਰਦੇ ਵਿਦਿਆਰਥੀਆਂ ਦੇ ਲਈ ਗੱਲਬਾਤ ਹੈ, ਜਿਹੜਾ ਇਸ ਦਾ ਮੁੱਖ ਵਿਸ਼ਾ ਰਹੇਗਾ। ਇਸ ਦੇ ਵਿੱਚ ਅਸੀਂ ਜਿਵੇਂ ਦੇਖ ਰਹੇ ਹਾਂ, ਐਮਏ ਭਾਗ ਪਹਿਲਾ ਦੀਆਂ ਜਿਹੜੀਆਂ ਕਲਾਸਾਂ ਉਹ ਸ਼ੁਰੂ ਹੋ ਗਈਆਂ ਤੇ ਉਸ ਦੇ ਵਿੱਚ ਵਿਦਿਆਰਥੀਆਂ ਦੇ ਪਾਠਕ੍ਰਮ ਦੇ ਵਿੱਚ ਜਿਹੜਾ ਪਹਿਲਾ ਵਿਸ਼ਾ ਪੜ੍ਹਾਇਆ ਜਾਂਦਾ ਹੈ ਉਹ ਸਾਹਿਤ ਦੀ ਇਤਿਹਾਸਕਾਰੀ ਵਿਸ਼ਾ ਜਿਹੜਾ ਹੈ ਉਹ ਪੜ੍ਹਾਇਆ ਜਾਂਦਾ ਹੈ। ਤੇ ਉਸ ਦੇ ਵਿੱਚ ਐਮਏ ਕਰਦਾ ਵਿਦਿਆਰਥੀ ਜਿਹੜਾ ਜਦੋਂ ਪਹਿਲੀ ਵਾਰੀ ਵਿਭਾਗ ਦੇ ਵਿੱਚ ਜਾਂ ਆਪਣੀਆਂ ਕਲਾਸਾਂ ਦੇ ਵਿੱਚ ਜਦੋਂ ਕਲਾਸ ਦੇ ਵਿੱਚ ਉਹ ਇਸ ਵਿਸ਼ੇ ਨੂੰ ਪੜ੍ਹਦਾ ਤਾਂ ਉਸ ਨੂੰ ਜੋ ਸਮੱਸਿਆਵਾਂ ਆ ਸਕਦੀਆਂ ਜਾਂ ਉਸ ਨੂੰ ਉਸ ਗੱਲ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਤੇ ਉਸ ਤਰ੍ਹਾਂ ਦੀ ਗੱਲਬਾਤ ਦੇ ਬਾਰੇ ਅਸੀਂ ਜਾਣਕਾਰੀ ਹਾਸਲ ਕਰਾਂਗੇ। ਤੇ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਡਾਕਟਰ ਸਤਨਾਮ ਸਿੰਘ ਸੰਧੂ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹਾਂ, ਧੰਨਵਾਦ ਗਿੰਦਰ। ਤੇ ਸਰ, ਸਾਨੂੰ ਜਿਵੇਂ ਐਮਏ ਭਾਗ ਪਹਿਲਾ ਦੇ ਵਿੱਚ ਜਿਹੜੀ ਸਾਹਿਤ ਦੀ ਇਤਿਹਾਸਕਾਰੀ ਦਾ ਵਿਸ਼ਾ ਹੈ ਤੇ ਉਹ ਸਾਹਿਤ ਦੀ ਇਤਿਹਾਸਕਾਰੀ ਜਿਹੜੀ ਹੈ ਉਹ ਵਿਸ਼ਾ ਪੜ੍ਹਾਉਣ ਦਾ ਮਕਸਦ ਕੀ ਹੈ, ਜਿਹੜਾ ਕਿ ਵਿਦਿਆਰਥੀ ਉਸ ਨੂੰ ਸਾਹਮਣੇ ਰੱਖ ਕੇ ਇਸ ਨੂੰ ਪੜ੍ਹਨ ਤੇ ਉਸ ਤੋਂ ਜਿਹੜੀ ਅਗਲੀ ਗੱਲਬਾਤ ਆ ਉਹ ਬਾਅਦ ਦੇ ਵਿੱਚ, ਪਰ ਸਾਨੂੰ ਸਭ ਤੋਂ ਪਹਿਲਾਂ ਇਹ ਵਿਸ਼ਾ ਲਾਇਆ ਕਿਉਂ ਜਾਂਦਾ, ਵਿਦਿਆਰਥੀਆਂ ਦੇ ਲਈ ਲਾਹੇਵੰਦ ਕਿਵੇਂ ਹੋ ਸਕਦਾ ਹੈ? ਦੇਖੋ ਗਿੰਦਰ, ਜਦੋਂ ਅਸੀਂ ਕਿਸੇ ਵੀ ਸਾਹਿਤ ਬਾਰੇ ਜਾਣਨਾ ਸ਼ੁਰੂ ਕਰਦੇ ਹਾਂ ਜੀ ਤਾਂ ਸਭ ਤੋਂ ਮੁੱਢਲਾ ਕਾਰਜ ਸਾਡਾ ਇਹ ਹੁੰਦਾ ਹੈ ਕਿ ਅਸੀਂ ਕਮ ਸੇ ਕਮ ਇਹ ਜਾਣੀਏ ਕਿ ਸਾਡੇ ਸਾਹਿਤ ਦਾ ਆਰੰਭ ਕਦੋਂ ਹੋਇਆ। ਜਿਹੜਾ ਇਤਿਹਾਸ ਹੈ ਸਾਨੂੰ ਇਹ ਤੱਥ ਆਧਾਰਿਤ ਸਾਡੇ ਬੀਤੇ ਬਾਰੇ ਜਾਣਕਾਰੀ ਦਿੰਦਾ ਹੈ। ਕਈ ਵਾਰੀ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਸਾਡੇ ਬੀਤੇ ਦਾ ਲੜੀਵਾਰ ਸੰਗ੍ਰਹਿ ਹੁੰਦਾ ਹੈ। ਤੇ ਆਮ ਕਰਕੇ ਜਿਹੜਾ ਸਾਡਾ ਪੁਰਾਤਨ ਇਤਿਹਾਸ ਹੈ ਜਾਂ ਜੋ ਸਾਨੂੰ ਇਤਿਹਾਸ ਦੇ ਵਿਸ਼ੇ ਦੇ ਤੌਰ ਤੇ ਪੜ੍ਹਾਇਆ ਜਾਂਦਾ ਹੈ, ਬਹੁਤਾ ਕਰਕੇ ਪਰੰਪਰਾਵਾਦੀ ਇਤਿਹਾਸ ਹੈ ਜਿਹੜਾ ਉਸ ਦੇ ਵਿੱਚ ਰਾਜੇ ਮਹਾਰਾਜਿਆਂ ਦੀਆਂ ਕਹਾਣੀਆਂ, ਲੜਾਈਆਂ, ਜੰਗਾਂ, ਯੁੱਧਾਂ ਦਾ ਵਰਣਨ ਬਹੁਤਾ ਦਿੱਤਾ ਜਾਂਦਾ ਹੈ। ਪਰ ਜਦੋਂ ਅਸੀਂ ਇਤਿਹਾਸ ਨੂੰ ਸਾਹਿਤ ਦੇ ਵਿੱਚ ਸਾਹਿਤ ਦੀ ਇਤਿਹਾਸਕਾਰੀ ਤੇ ਪੜ੍ਹਾਉਣੇ ਆ ਤਾਂ ਸਾਡਾ ਜਿਹੜਾ ਕੇਂਦਰ ਹੈ, ਸਾਡਾ ਫੋਕਸ ਹੈ, ਉਹ ਥੋੜਾ ਬਦਲ ਜਾਂਦਾ ਹੈ। ਸਾਡਾ ਫੋਕਸ ਕਿਵੇਂ ਬਦਲ ਜਾਂਦਾ ਹੈ? ਇੱਥੇ ਅਸੀਂ ਬਜਾਏ ਇਸ ਦੇ ਕਿ ਅਸੀਂ ਜਿਹੜੇ ਰਾਜੇ ਮਹਾਰਾਜਿਆਂ ਦੇ ਰਾਜਨੀਤਿਕ ਜਾਂ ਸਮਾਜਿਕ ਇਤਿਹਾਸ ਦੀ ਗੱਲ ਕਰੀਏ, ਇੱਥੇ ਅਸੀਂ ਸਾਹਿਤ ਦੀ ਅਤੇ ਸਾਹਿਤ ਨਾਲ ਜੁੜੇ ਹੋਏ ਬਾਕੀ ਪੱਖਾਂ ਦੇ ਇਤਿਹਾਸ ਦੀ ਗੱਲ ਕਰਦੇ ਹਾਂ। ਜਿਸ ਖਿੱਤੇ ਦੇ ਉੱਪਰ ਅਸੀਂ ਰਹਿ ਰਹੇ ਹਾਂ ਇਹ ਵਿਸ਼ਵ ਦੀਆਂ ਪੁਰਾਣੀਆਂ ਸਭਿਅਤਾਵਾਂ ਦੇ ਨਾਲ ਜੁੜਿਆ ਹੋਇਆ ਖਿੱਤਾ ਹੈ। ਸਾਨੂੰ ਪਤਾ ਹੈ ਕਿ ਤਕਰੀਬਨ 5500 ਸਾਲ ਤੱਕ ਦਾ ਇਤਿਹਾਸ ਹੈ ਜਿਹੜਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਖਿੱਤੇ ਦੇ ਨਾਲ ਜੁੜਿਆ ਹੋਇਆ ਹੈ। ਮੋਹਨਜੋਦੜੋ ਅਤੇ ਹੜੱਪਾ ਤੋਂ ਲੈ ਕੇ ਵੈਦਿਕ ਸੱਭਿਆਚਾਰ ਦੇ ਵਿੱਚ ਦੀ ਹੁੰਦਾ ਹੋਇਆ ਸਾਡੀਆਂ ਪ੍ਰਾਕਿਰਤਿਕ ਅਪਭ੍ਰੰਸ਼ ਬੋਲੀਆਂ ਜਿਹੜੀਆਂ ਉਹਨਾਂ ਰਾਹੀਂ ਅਸੀਂ ਅੱਜ ਦੀ ਜਿਹੜੀ ਪੰਜਾਬੀ ਹੈ ਉਹਦੇ ਤੱਕ ਪਹੁੰਚੇ ਹਾਂ। ਇਹ ਸਾਰੇ ਲੰਮੇ ਸਿਲਸਿਲੇ ਨੂੰ ਜਦੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹਨੂੰ ਸਮੇਟਣ ਲਈ ਅਸੀਂ ਸਾਹਿਤ ਦਾ ਇਤਿਹਾਸ ਹੈ ਜਿਹੜਾ ਉਹ ਲਿਖਦੇ ਹਾਂ। ਸਾਹਿਤ ਦਾ ਇਤਿਹਾਸ ਹੈ ਜਿਹੜਾ ਉਹ ਸਿੱਧੇ ਜਾਂ ਸਿੱਧੇ ਤੌਰ ਤੇ ਅੱਗਿਓਂ ਜਾ ਕੇ ਭਾਸ਼ਾ ਨਾਲ ਵੀ ਜੁੜਿਆ ਹੁੰਦਾ। ਜਦੋਂ ਪੰਜਾਬੀ ਭਾਸ਼ਾ ਹੋਂਦ ਦੇ ਵਿੱਚ ਆਈ, ਪੰਜਾਬੀ ਭਾਸ਼ਾ ਦੇ ਹੋਂਦ ਦੇ ਵਿੱਚ ਆਉਣ ਤੋਂ ਬਾਅਦ ਜੋ ਸਾਡੇ ਕੋਲੇ ਪ੍ਰਾਪਤ ਸਾਹਿਤ ਸੀ, ਜਦੋਂ ਅਸੀਂ ਉਸ ਨੂੰ ਸਿਲਸਿਲੇਵਾਰ ਤਰੀਕੇ ਨਾਲ ਸਮਾਜ, ਵਿਚਾਰਧਾਰਾ ਅਤੇ ਲੋਕਾਂ ਨਾਲ ਬਿਲਕੁਲ ਸਮੋ ਕੇ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਨਾਲ ਸਾਡੇ ਸਾਹਿਤ ਦੇ ਇਤਿਹਾਸ ਦੀ ਜ਼ਰੂਰਤ ਮਹਿਸੂਸ ਹੋਈ। ਇਸ ਕਰਕੇ ਇਸ ਜ਼ਰੂਰਤ ਦੇ ਵਿੱਚੋਂ ਅਸੀਂ ਵੱਖਰੇ ਵੱਖਰੇ ਤਰੀਕੇ ਨਾਲ ਸਾਹਿਤ ਦਾ ਇਤਿਹਾਸ ਲਿਖਿਆ ਤੇ ਪੰਜਾਬੀ ਸਾਹਿਤ ਦਾ ਇਤਿਹਾਸ ਵੀ ਇਸੇ ਵਿਧੀ ਅਨੁਸਾਰ, ਇਸੇ ਵਿਉਂਤ ਅਨੁਸਾਰ ਤੇ ਇਸੇ ਮਕਸਦ ਨੂੰ ਮੁੱਖ ਰੱਖ ਕੇ ਲਿਖਿਆ ਗਿਆ ਕਿ ਅਸੀਂ ਪੰਜਾਬੀ ਦੀਆਂ ਮੁੱਢਲੀਆਂ ਰਚਨਾਵਾਂ ਕਿਹੜੀਆਂ ਸੀ, ਮੁੱਢਲੇ ਸਾਹਿਤ ਰੂਪ ਕਿਹੜੇ ਸੀ, ਸ਼ੁਰੂ ਦੇ ਵਿੱਚ ਪੰਜਾਬੀ ਭਾਸ਼ਾ ਦਾ ਆਧਾਰ ਕੀ ਸੀ, ਪੰਜਾਬੀ ਦੇ ਪ੍ਰਮੁੱਖ ਮੁੱਢਲੇ ਸਿਰਜਕ ਕੌਣ ਸੀ, ਪੰਜਾਬੀ ਦਾ ਲਿਖਤ ਸਾਹਿਤ ਹੈ ਜਿਹੜਾ ਸਾਡੇ ਕੋਲੇ ਕਦੋਂ ਤੋਂ ਹੋਂਦ ਦੇ ਵਿੱਚ ਆਇਆ। ਇਹ ਜਿਹੜੇ ਸਾਰੇ ਪੱਖ ਹੈ ਇਹ ਅਸੀਂ ਸਾਹਿਤ ਦੇ ਇਤਿਹਾਸ ਦੇ ਵਿੱਚ ਦੇਖਣ ਦੀ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਜਿਹੜਾ ਇਸ ਬਾਰੇ ਸਰ ਇੱਕ ਚੀਜ਼, ਜਦੋਂ ਵਿਦਿਆਰਥੀ ਸਾਹਿਤ ਦੇ ਇਤਿਹਾਸ ਨੂੰ ਦੇਖਦਾ ਜੀ ਐਮਏ ਦੇ ਸਿਲੇਬਸ ਦੇ ਵਿੱਚ ਹੀ, ਐਮਏ ਦੇ ਪਾਠਕ੍ਰਮ 'ਚ, ਤਾਂ ਉਸ ਦੇ ਲਈ ਫਿਰ ਸਾਹਿਤ ਦਾ ਇਤਿਹਾਸ ਦੀਆਂ, ਕਿਉਂਕਿ ਜਿਹੜਾ ਇਹ ਸਾਹਿਤ ਦਾ ਇਤਿਹਾਸ ਦਾ ਜਿਵੇਂ ਤੁਸੀਂ ਦੱਸਿਆ ਵੀ ਇਹ ਸਾਨੂੰ ਪੁਰਾਤਨ ਸਾਡੀਆਂ ਉਹਨਾਂ ਦੇ ਵਿੱਚੋਂ ਚਾਹੇ ਆਦਿ ਕਾਲ ਤੋਂ ਮੱਧ ਕਾਲ ਇਹਦੇ ਵਿੱਚ ਆਉਂਦਾ, ਤਾਂ ਇਸ ਦੇ ਵਿੱਚ ਫਿਰ ਜਦੋਂ ਇਹਦੀ ਕਾਲ ਵੰਡ ਹੈ ਜਿਹੜੀ ਉਸ ਦਾ ਆਧਾਰ ਕੀ ਹੈ
ਇਹ ਵੀ ਵਿਦਿਆਰਥੀ ਵੇਖਦਾ ਉਸ ਸਿਲੇਬਸ ਦੇ ਵਿੱਚ, ਤਾਂ ਉਹਦੇ ਲਈ ਫਿਰ ਉਸ ਨੂੰ ਕਿਹੜੇ ਜਿਹੜੇ ਇਸ ਦੇ ਚਿੰਤਕ ਆ ਜਾਂ ਇਸ ਦੇ ਇਤਿਹਾਸਕਾਰ ਆ ਜਿਨ੍ਹਾਂ ਨੇ ਇਤਿਹਾਸਕਾਰੀ ਕੀਤੀ ਹੈ, ਤੇ ਉਹ ਕਿਹੋ ਜਿਹੇ ਉਹਨਾਂ ਨੂੰ ਇਤਿਹਾਸਕਾਰਾਂ ਨੂੰ ਪੜ੍ਹਨਾ ਚਾਹੀਦਾ, ਤੇ ਕਿਹੜੀਆਂ ਉਸ ਦੇ ਲਈ ਮੁੱਢਲੀਆਂ ਸਾਨੂੰ ਜਾਂ ਪੁਸਤਕਾਂ ਵਿਦਿਆਰਥੀ ਨੂੰ ਉਹਨਾਂ ਦੇ ਵਿੱਚੋਂ ਦੇਖਣਾ ਚਾਹੀਦਾ ਜੀ। ਦੇਖੋ, ਪੰਜਾਬੀ ਜਿਹੜੀ ਸਾਹਿਤ ਦੀ ਇਤਿਹਾਸਕਾਰੀ ਹੈ, ਮੋਟੇ ਤੌਰ ਤੇ ਇਸ ਨੂੰ ਅਸੀਂ 3 ਹਿੱਸਿਆਂ ਦੇ ਵਿੱਚ ਵੰਡ ਕੇ ਦੇਖ ਸਕਦੇ ਹਾਂ। ਇੱਕ ਇਤਿਹਾਸਕਾਰੀ ਸਾਡੀ ਉਹ ਹੈ ਜਿਸ 'ਚ ਕਾਲ ਦੀ ਨਿਰੰਤਰਤਾ ਨੂੰ ਧਿਆਨ ਦੇ ਵਿੱਚ ਰੱਖਿਆ ਹੋਇਆ ਹੈ, ਜਿਹੜੀ ਕਾਲਵੰਡ ਦੇਖੀ ਹੈ, ਜਿਹੜੀ ਕਾਲਵੰਡ ਅਸੀਂ ਕਰਦੇ ਹਾਂ। ਅੱਗਿਓਂ ਦੂਸਰਾ ਸਾਹਿਤ ਦਾ ਇਤਿਹਾਸ ਹੈ ਜਿਹਦੇ ਵਿੱਚ ਅਸੀਂ ਵੱਖ-ਵੱਖ ਪੜਾਵਾਂ, ਜਦੋਂ ਸਾਡੇ ਸਮਾਜ ਦੇ ਵਿੱਚ ਕੋਈ ਵੱਡੀ ਇਤਿਹਾਸਕ ਘਟਨਾ ਵਾਪਰੀ ਉਸ ਨੂੰ ਆਧਾਰ ਬਣਾ ਕੇ ਅਸੀਂ ਕਾਲਵੰਡ ਕੀਤੀ ਹੋਈ। ਤੀਸਰੀ ਕਾਲਵੰਡ ਅਸੀਂ ਮੋਟੇ ਤੌਰ ਤੇ ਇਹ ਕਰ ਲਈ ਕਿ ਸਾਡਾ ਜਿਹੜਾ ਪਰੰਪਰਾਵਾਦੀ ਸਮਾਜ ਸੀ, ਜਿਸ ਨੂੰ ਅਸੀਂ ਸਾਹਿਤ ਦੀ ਕਾਲਵੰਡ ਵਿੱਚ ਆਦਿਕਾਲ ਤੇ ਮੱਧਕਾਲ ਕਹਿ ਦਿੰਦੇ ਆ, ਤੇ ਉਸ ਤੋਂ ਬਾਅਦ ਇੱਕ ਨਵਾਂ ਦੌਰ ਆਇਆ ਜਦੋਂ ਸਾਹਿਤ ਦੇ ਰੂਪ ਦੇ ਵਿੱਚ, ਸਾਹਿਤ ਦੇ ਵਿਚਾਰਕ ਪੱਖ ਦੇ ਵਿੱਚ ਵੱਡੇ ਪੱਧਰ ਤੇ ਤਬਦੀਲੀ ਆਈ, ਸਾਡੇ ਗਿਆਨ ਦੇ ਮਾਧਿਅਮ ਵਿੱਚ ਤਬਦੀਲੀ ਆਈ, ਉਸ ਤਰੀਕੇ ਨਾਲ ਵੰਡ ਕਰ ਲਈ ਜਾਂਦੀ ਹੈ। ਜੇ ਮੋਟੇ ਤੌਰ ਤੇ ਆਪਾਂ ਦੇਖੀਏ ਤਾਂ ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ, ਪੰਜਾਬੀ ਸਾਹਿਤ ਦੀ ਉਤਪਤੀ ਅਤੇ ਵਿਕਾਸ, ਇਹ ਉਹ ਸਾਹਿਤ ਦੇ ਇਤਿਹਾਸ ਹੈ ਜਿਹੜੇ ਮੋਟੇ-ਮੋਟੇ ਤੌਰ ਤੇ ਪੰਜਾਬੀ ਸਾਹਿਤ ਨੂੰ 3 ਹਿੱਸਿਆਂ ਦੇ ਵਿੱਚ ਵੰਡਦੇ ਆ। ਇਹਨਾਂ ਦੇ ਵਿੱਚ ਇੱਕ ਹੋਰ ਵੀ ਸਾਹਿਤ ਦਾ ਇਤਿਹਾਸ ਜੋ ਸੰਖੇਪ ਰੂਪ ਦੇ ਵਿੱਚ ਸਾਨੂੰ ਪ੍ਰਾਪਤ ਹੁੰਦਾ ਹੈ, ਉਹ ਪੰਜਾਬੀ ਯੂਨੀਵਰਸਿਟੀ ਵੱਲੋਂ ਡਾਕਟਰ ਰਤਨ ਸਿੰਘ ਜੱਗੀ ਹੋਣਾ ਦਾ ਸਾਹਿਤ ਦਾ ਇਤਿਹਾਸ ਹੈ। ਇਹਨਾਂ 3 ਸਾਹਿਤ ਦੇ ਇਤਿਹਾਸਾਂ ਵਿੱਚ ਜੇ ਪ੍ਰਮੁੱਖ ਤੌਰ ਤੇ ਗੱਲ ਕਰੀਏ ਤਾਂ ਸਾਡੇ ਸਾਰੇ ਸਾਹਿਤ ਨੂੰ ਆਦਿਕਾਲ, ਮੱਧਕਾਲ ਤੇ ਆਧੁਨਿਕ ਕਾਲ ਵਿੱਚ ਵੰਡਿਆ ਹੋਇਆ। ਦੂਸਰੇ ਕੋਟੀ ਦੇ ਸਾਹਿਤ ਦਾ ਇਤਿਹਾਸ ਸਾਡੇ ਕੋਲੇ ਆ ਜਾਂਦਾ ਹੈ, ਜਿਸ ਦੇ ਵਿੱਚ ਅਸੀਂ ਜਿਹਨੂੰ ਵਿਦਿਆਰਥੀ ਬਹੁਤਾ ਨਹੀਂ ਪੜ੍ਹਦੇ, ਉਹ ਭਾਸ਼ਾ ਵਿਭਾਗ ਦੁਆਰਾ ਲਿਖਿਆ ਹੋਇਆ ਸਾਹਿਤ ਦਾ ਇਤਿਹਾਸ, ਜਿਹਦੇ ਵਿੱਚ 2 ਕੋਟੀਆਂ ਵੰਡੀਆਂ ਹੋਈਆਂ ਹੈ। ਆਦਿਕਾਲ ਅਤੇ ਮੱਧਕਾਲ ਨੂੰ ਇੱਕ ਸਿਲਸਿਲੇ ਦੇ ਤੌਰ ਤੇ, ਨਿਰੰਤਰਤਾ ਦੇ ਤੌਰ ਤੇ ਉਸ ਦੇ ਵਿੱਚ ਦੇਖਿਆ ਗਿਆ ਹੈ। ਜਿਹੜਾ ਅੱਗੇ ਆ ਕੇ ਆਧੁਨਿਕ ਕਾਲ ਆਉਂਦਾ ਹੈ ਉਸ ਨੂੰ ਅਲੱਗ ਤੋਂ ਦੇਖਿਆ ਗਿਆ। ਇੱਕ ਇਹਨਾਂ ਨਾਲੋਂ ਥੋੜਾ ਜਿਹਾ ਵੱਖਰੀ ਕਿਸਮ ਦਾ ਸਾਹਿਤ ਦਾ ਇਤਿਹਾਸ ਹੈ ਜਿਹਨੂੰ ਅਸੀਂ ਆਏ ਸੇਰੇਬਰੀਆ ਕੋਰ ਦਾ ਸਾਹਿਤ ਦਾ ਇਤਿਹਾਸ ਕਹਿ ਸਕਦੇ ਹਾਂ। ਉਹ ਜਿਹੜਾ ਸਾਹਿਤ ਦਾ ਇਤਿਹਾਸ ਹੈ ਉਹਦੇ ਵਿੱਚ ਸੂਰਮਿਆਂ ਦਾ ਵਿਰਸਾ ਜਾਂ ਇਸ ਕਿਸਮ ਦੀਆਂ ਗੱਲਾਂ ਕੀਤੀਆਂ ਗਈਆਂ ਹੈ, ਜਿਹਦੇ ਵਿੱਚ ਇੱਕ ਵਿਸ਼ੇਸ਼ ਪ੍ਰਵਿਰਤੀ ਜਾਂ ਧਾਰਾ ਨੂੰ ਲੈ ਕੇ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ। ਹੁਣ ਇਹਨਾਂ ਸਾਰੇ ਸਾਹਿਤ ਦੇ ਇਤਿਹਾਸਾਂ ਦੇ ਵਿੱਚ ਆਪੋ ਆਪਣੇ ਕਿਸਮ ਦੇ ਗੁਣ ਤੇ ਆਪੋ ਆਪਣੀ ਕਿਸਮ ਦੀਆਂ ਕਮੀਆਂ ਵੀ ਪਾਈਆਂ ਜਾਂਦੀਆਂ। ਸਾਡਾ ਜਿਹੜੇ ਸਾਹਿਤ ਦੇ ਇਤਿਹਾਸ ਹੈ, ਇਹਨਾਂ ਨੂੰ ਅਸੀਂ ਸਾਰੇ ਵਿਦਿਆਰਥੀਆਂ ਕੋਲੇ ਇਹ ਉਪਲਬਧ ਹੈ। ਜੇ ਅਸੀਂ ਸਭ ਤੋਂ ਪਹਿਲਾਂ ਸਾਡੇ ਇਤਿਹਾਸ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਪ੍ਰਾਪਤੀਆਂ ਦੇ ਵਿੱਚ ਪ੍ਰਮੁੱਖ ਤੌਰ ਤੇ ਗੱਲ ਇਹ ਆਉਂਦੀ ਹੈ ਕਿ ਇਹਨਾਂ ਨੇ ਸਾਹਿਤ ਦੀਆਂ ਵੱਖ-ਵੱਖ ਪਰੰਪਰਾਵਾਂ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਹੈ, ਜਿਹੜੀ ਆਪਣੇ ਆਪ ਦੇ ਵਿੱਚ ਇੱਕ ਪ੍ਰਾਪਤੀ ਮੰਨੀ ਜਾਂਦੀ ਹੈ। ਪਰ ਨਾਲ ਹੀ ਨਾਲ ਜੇ ਅਸੀਂ ਇਹਦੀ ਕਮੀ ਦੀ ਗੱਲ ਕਰੀਏ ਤਾਂ ਜਿਹੜੀ ਸਾਡੇ ਸਾਹਿਤ ਦੀ ਨਿਰੰਤਰਤਾ ਸੀ, ਅਸੀਂ ਪੰਜਾਬ ਦੇ ਸਾਹਿਤ ਦੇ ਇਤਿਹਾਸ ਦੀ ਥਾਂ ਤੇ ਪੰਜਾਬੀ ਦੇ ਸਾਹਿਤ ਦਾ ਇਤਿਹਾਸ ਲਿਖਣ ਦੀ ਰੁਚੀ ਕਾਰਨ ਜਿਹੜੀ ਸਾਡੀ ਕੰਟੀਨਿਊਟੀ ਸੀ ਉਸ ਨੂੰ ਕਿਤੇ ਨਾ ਕਿਤੇ ਫੜਨ ਦੇ ਵਿੱਚ ਅਸਫਲ ਰਹੇ ਹਾਂ। ਸਾਡਾ ਸਾਹਿਤ ਦਾ ਇਤਿਹਾਸ ਜਦੋਂ ਤੋਂ ਅਸੀਂ ਨਾਥਾਂ ਜੋਗੀਆਂ ਦਾ ਸਾਹਿਤ ਜਾਂ ਲੋਕ ਸਾਹਿਤ, ਟੁੰਡੇ ਸਰਾਜੇ ਦੀ ਵਾਰ, ਰਾਏ ਕਮਾਲ ਮੌਜ ਦੀ ਵਾਰ, ਲੱਲਾ ਬਹਿਲਿਮਾ ਦੀ ਵਾਰ, ਮੂਸੇ ਦੀ ਵਾਰ, ਅਸੀਂ ਉੱਥੋਂ ਸਾਹਿਤ ਦਾ ਇਤਿਹਾਸ ਚੱਕ ਲੈਂਦੇ ਹਾਂ। ਜੇ ਉਦੋਂ ਵਾਰਾਂ ਉਪਲਬਧ ਸੀ ਤਾਂ ਉਹਨਾਂ ਦੀ ਪਿੱਠ ਭੂਮੀ ਕੀ ਸੀ? ਪੰਜਾਬ ਦੇ ਵਿੱਚ ਪੰਜਾਬੀ ਭਾਵੇਂ ਭਾਸ਼ਾ ਦੇ ਤੌਰ ਤੇ ਬਾਅਦ ਦੇ ਵਿੱਚ ਆਈ, ਪਰ ਪੰਜਾਬੀ ਲੋਕ ਤਾਂ ਪਹਿਲਾਂ ਵੀ ਵਸਦੇ ਸੀ। ਸਾਡੇ ਸਾਰੇ ਸਾਹਿਤ ਦੇ ਇਤਿਹਾਸਾਂ ਦੇ ਵਿੱਚ ਇੱਕ ਸਾਂਝੀ ਕਮੀ ਇਹ ਹੈ ਕਿ ਅਸੀਂ ਪੰਜਾਬੀ ਜਿਹੜਾ ਸਮਾਜ ਹੈ ਉਸ ਦੀ ਨਿਰੰਤਰਤਾ, ਉਸ ਦੀ ਉਹ ਕੰਟੀਨਿਊਟੀ ਹੈ ਜਿਹੜੀ ਉਹਨੂੰ ਪਕੜਨ ਦੇ ਵਿੱਚ ਅਸਮਰੱਥ ਰਹੇ ਹਾਂ। ਅਸੀਂ ਇੱਕ ਲਕੀਰ ਕੱਢ ਕੇ ਉਸ ਤੋਂ ਬਾਅਦ ਅਕਾਦਮਿਕ ਤੌਰ ਤੇ ਸਾਹਿਤ ਦਾ ਇਤਿਹਾਸ ਲਿਖਣ ਦੇ ਵੱਲ ਜ਼ਿਆਦਾ ਰੁਚਿਤ ਰਹੇ ਹਾਂ, ਜਿਹਦੇ ਨਾਲ ਦਿੱਕਤ ਇਹ ਆਈ ਕਿ ਅੱਜ ਬਹੁਤੇ ਜਿਹੜੇ ਸਾਡੇ ਖੋਜਾਰਥੀ ਹੈ ਉਹ ਆਦਿਕਾਲ ਦੇ ਸਾਹਿਤ ਤੇ ਖੋਜ ਕਰਨ ਵੱਲ ਰੁਚਿਤ ਨਹੀਂ ਹੈ। ਜਿਹੜੇ ਪੰਜਾਬ ਦਾ ਸਾਹਿਤ ਲਿਖਿਆ ਗਿਆ ਸੀ ਉਹ ਪੰਜਾਬੀ ਤੋਂ ਬਾਹਰਾ ਸਾਹਿਤ ਸੀ, ਜਿਹਨੇ ਪੰਜਾਬੀ ਦੇ ਸਾਹਿਤ ਵਾਸਤੇ ਸਾਹਿਤ ਰੂਪ ਪ੍ਰਦਾਨ ਕੀਤੇ, ਪੰਜਾਬੀ ਦੇ ਸਾਹਿਤ ਵਾਸਤੇ ਛੰਦ ਪ੍ਰਦਾਨ ਕੀਤੇ, ਪੰਜਾਬੀ ਦੇ ਸਾਹਿਤ ਵਾਸਤੇ ਖਾਸ ਕਿਸਮ ਦਾ ਮੁਹਾਵਰਾ ਪ੍ਰਦਾਨ ਕੀਤਾ। ਉਹ ਸਾਰੇ ਦੇ ਸਾਰੇ ਪੱਖ ਹੈ ਕਿਤੇ ਨਾ ਕਿਤੇ ਜਦੋਂ ਅਸੀਂ ਸਾਰੇ ਸਾਹਿਤ ਦੇ ਇਤਿਹਾਸ ਪੜ੍ਹਦੇ ਹਾਂ ਉਹਨਾਂ ਦੇ ਵਿੱਚੋਂ ਉਹ ਗੈਰ ਹਾਜ਼ਰ ਮਿਲਦੇ ਆ। ਮੈਨੂੰ ਉਮੀਦ ਹੈ ਕਿ ਜਦੋਂ ਅੱਗੇ ਤੋਂ ਅਸੀਂ ਸਾਹਿਤ ਦੇ ਇਤਿਹਾਸਾਂ ਨੂੰ ਪੜਾਂਗੇ ਜਾਂ ਜਿਹੜੀ ਸਾਡੀ ਖੋਜ ਹੈ ਉਹ ਜਿੰਨੀ ਅੱਗੇ ਨੂੰ ਜਾਊਗੀ ਤਾਂ ਥੋੜੀ ਜਿਹੀ ਪਿੱਛੇ ਨੂੰ ਵੀ ਜਾਣੀ ਚਾਹੀਦੀ ਹੈ। ਤੇ ਫਿਰ ਇੱਕ ਨਵਾਂ ਸਾਡੇ ਕੋਲੇ ਹੋਰ ਉਦਮ ਹੈ ਜਿਹੜਾ ਉਹ
ਇਹ ਆਇਆ ਕਿ ਵੱਖ-ਵੱਖ ਵਿਧਾਵਾਂ ਦੇ ਤੌਰ ਤੇ ਸਾਹਿਤ ਦੇ ਇਤਿਹਾਸ ਹੈ ਜਿਹੜੇ ਪੰਜਾਬੀ ਅਕੈਡਮੀ ਦਿੱਲੀ ਵੱਲੋਂ ਲਿਖਾਏ ਗਏ, ਜਿਹੜੇ ਅੱਜ ਕੱਲ ਕਾਫੀ ਮਕਬੂਲ ਵੀ ਹੈ। ਉਹਦੇ ਵਿੱਚ ਵੱਖ-ਵੱਖ ਵਿਧਾਵਾਂ ਨੂੰ ਆਧਾਰ ਬਣਾਇਆ ਗਿਆ ਤੇ ਤਕਰੀਬਨ ਸਾਰੇ ਪੱਖਾਂ ਨੂੰ ਪੰਜਾਬੀ ਦੇ ਨਵੇਂ ਵਿਦਵਾਨਾਂ ਦੁਆਰਾ ਉਹਨਾਂ ਤੇ ਰੌਸ਼ਨੀ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹਨਾਂ ਦੇ ਵਿੱਚ ਇਤਿਹਾਸਕਾਰੀ ਦੇ ਪੱਖ ਤੋਂ ਪਰੰਪਰਾ ਤੋਂ ਕੋਈ ਵੱਖਰੀ ਗੱਲ ਬਹੁਤੀ ਨਹੀਂ ਹੋਈ ਮਿਲਦੀ। ਹਾਂ, ਉਹਨਾਂ ਦੇ ਵਿੱਚ ਦਰਜੇਬੰਦੀ ਹੈ ਜਿਹੜੀ ਪੁਰਾਣੇ ਸਾਹਿਤ ਦੇ ਇਤਿਹਾਸਿਕ ਖਾਸ ਪੜਾਅ ਤੇ ਆ ਕੇ ਰੁਕ ਗਏ ਸੀ, ਉਸ ਤੋਂ ਅਗਲਾ ਸਮਾਂ ਜਿਹੜਾ ਉਹ ਸਾਹਿਤ ਦੇ ਇਤਿਹਾਸਾਂ ਦੇ ਵਿੱਚ ਜ਼ਰੂਰ ਦਰਜ ਹੋਇਆ ਮਿਲਦਾ ਹੈ। ਤੇ ਜਦੋਂ ਅਸੀਂ ਇਸ ਨੂੰ ਆਧੁਨਿਕ ਕਾਲ ਦੇ ਤੱਕ ਲੈ ਕੇ ਆਉਣੇ ਆ ਤਾਂ ਸਾਡੀ ਕਮੀ ਇਹ ਰਹਿ ਜਾਂਦੀ ਹੈ ਕਿ ਜਦੋਂ ਅੱਜ ਸਾਡਾ ਸਾਹਿਤ ਦਾ ਇਤਿਹਾਸ ਹੈ ਜਿਹੜਾ ਸਾਡਾ ਸਾਹਿਤ ਹੈ ਉਹਦੀ ਖੋਜ ਦਾ ਦਾਇਰਾ ਵਿਸ਼ਾਲ ਹੋ ਗਿਆ। ਅੱਜ ਅਸੀਂ ਫਿਲਮ ਨੂੰ, ਅੱਜ ਅਸੀਂ ਹੋਰ ਬਹੁਤ ਸਾਰੇ ਮਾਧਿਅਮ ਹੈ ਜਿਹੜੇ ਜਿਨ੍ਹਾਂ ਨੂੰ ਸਾਹਿਤ ਦਾ ਅੰਗ ਬਣਾ ਰਹੇ ਹਾਂ, ਕਿਤੇ ਨਾ ਕਿਤੇ ਅੱਜ ਵੀ ਉਹ ਜਿਹੜੇ ਆਧੁਨਿਕ ਸਾਹਿਤ ਦੇ ਇਤਿਹਾਸ ਹੈ ਉਹਨਾਂ ਦੇ ਵਿੱਚ ਇਹਨਾਂ ਸਾਰੀਆਂ ਵਿਧਾਵਾਂ ਦੀ, ਇਹਨਾਂ ਸਾਰੇ ਨਵੇਂ ਸਾਹਿਤ ਰੂਪਾਂ ਦੀ, ਇਹ ਖੋਜ ਦੇ ਨਵੇਂ ਆਧਾਰਾਂ ਦੀ ਕਿਤੇ ਨਾ ਕਿਤੇ ਗੈਰ ਹਾਜ਼ਰੀ ਹੈ ਜਿਹੜੀ ਉਹ ਸਾਨੂੰ ਰੜਕਦੀ ਹੈ। ਪਰ ਸਾਡੇ ਕੋਲ ਜਿਹੜੇ, ਜੇ ਆਪਾਂ ਇਸ ਗੱਲਬਾਤ ਦੇ ਵਿੱਚ ਦੇਖੀਏ ਤਾਂ ਫਿਰ ਇਸ ਸਮੇਂ ਜਿਹੜੇ ਸਾਹਿਤ ਅਕਾਦਮੀ ਦਿੱਲੀ ਦੇ ਇਤਿਹਾਸ ਆ ਮੁੱਖ ਤੌਰ ਤੇ ਤਾਂ ਵਿਦਿਆਰਥੀਆਂ ਦੇ ਲਈ ਉਹ ਵੀ ਇਸ ਸਮੇਂ ਲਾਹੇਵੰਦ ਹੁੰਦੇ ਲੱਗਦੇ ਆ ਜੀ, ਹਨਾ। ਤੇ ਉਸ ਤੋਂ ਜਿਹੜੀ ਅੱਗੇ ਜਾ ਕੇ ਜਦੋਂ ਹੁਣ ਵਿਦਿਆਰਥੀ ਇਹਨਾਂ ਨੂੰ ਪੜ੍ਹਦਾ ਹੈ ਜੀ, ਤੇ ਇਹਨਾਂ ਤੋਂ ਪੜ੍ਹਨ ਤੋਂ ਬਾਅਦ ਜਿਵੇਂ ਹੁਣ ਵਿਦਿਆਰਥੀ ਦੀਆਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਜਿਵੇਂ ਆਪਾਂ ਨੇ ਦੇਖਿਆ ਵੀ ਆਦਿ ਕਾਲ ਤੋਂ ਜਿਹੜਾ ਸਾਹਿਤ ਆ ਉਹ ਨੱਥ ਜੋਗੀਆਂ ਤੋਂ ਹੀ ਮੰਨਿਆ ਜਾਂਦਾ, ਤੇ ਐਮਏ ਕਰਦੇ ਵਿਦਿਆਰਥੀ ਦੀਆਂ ਤਾਂ ਮੈਨੂੰ ਲੱਗਦਾ ਉਸ ਪੱਧਰ ਤੱਕਣ ਦੀਆਂ ਤਾਂ ਉਹਨਾਂ ਦੀਆਂ ਤਾਂ ਇਹੀ ਹੈ ਵੀ ਜਿਹੜਾ ਸਾਹਿਤ ਦਾ ਇਤਿਹਾਸ ਸਾਡੇ ਕੋਲ ਉਪਲਬਧ ਆ ਉਸ ਨੂੰ ਹੀ ਉਹਨੇ ਵੇਖਣਾ, ਤੇ ਇਹ ਕਿਤਾਬਾਂ ਜਿਹੜੀਆਂ ਉਹਨਾਂ ਦੇ ਲਈ ਖਾਸ ਕਰਕੇ ਜਿਹੜੇ ਸਾਹਿਤ ਦੇ ਇਤਿਹਾਸ ਸਾਡੇ ਕੋਲ ਉਪਲਬਧ ਆ ਉਹ ਹਾਲ ਦੀ ਘੜੀ ਦਾ ਬਣ ਸਕਦੇ ਆ ਜੀ। ਬਿਲਕੁਲ ਬਿਲਕੁਲ। ਦੇਖੋ, ਦੋ ਤਰ੍ਹਾਂ ਦੀ ਗੱਲ ਹੁੰਦੀ ਹੈ ਜਿਹੜੀ ਮੈਂ ਗੱਲ ਕਰੀ ਹੈ। ਇੱਕ ਸਾਡਾ ਹੁੰਦਾ ਹੈ ਅਕਾਦਮਿਕ ਅਧਿਐਨ, ਇੱਕ ਸਾਡਾ ਹੁੰਦਾ ਹੈ ਖੋਜ ਅਧਿਐਨ। ਜਿਹੜਾ ਸਾਡਾ ਅਕਾਦਮਿਕ ਅਧਿਐਨ ਹੈ ਇਹਦਾ ਬੁਨਿਆਦੀ ਤੌਰ ਤੇ ਆਧਾਰ ਇਹ ਹੁੰਦਾ ਹੈ ਕਿ ਵਿਦਿਆਰਥੀ ਇਸ ਸਾਹਿਤ ਨੂੰ ਪੜ੍ਹ ਕੇ ਆਪਣਾ ਇਮਤਿਹਾਨ ਪਾਸ ਕਿਵੇਂ ਕਰਨਾ। ਜਿੱਥੋਂ ਤੱਕ ਪ੍ਰੀਖਿਆ ਦੀ ਗੱਲ ਹੈ ਤਾਂ ਸਿਲੇਬਸਾਂ ਦੇ ਵਿੱਚ ਸਾਡੇ ਜਿਹੜੇ ਸਭ ਤੋਂ ਪ੍ਰਮੁੱਖ ਤੌਰ ਤੇ ਚਰਚਿਤ ਸਾਹਿਤ ਦੇ ਇਤਿਹਾਸ ਹੈ ਉਹ ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ ਹੋਣਾ ਦਾ ਪੰਜਾਬੀ ਸਾਹਿਤ ਦੀ ਉਤਪਤੀ ਦੇ ਵਿਕਾਸ, ਡਾਕਟਰ ਰਤਨ ਸਿੰਘ ਜੱਗੀ ਹੋਣਾ ਦਾ ਪੰਜਾਬੀ ਸਾਹਿਤ ਦਾ ਜਿਹੜਾ ਸੰਖੇਪ ਰੂਪ ਦੇ ਵਿੱਚ ਲਿਖਿਆ ਹੋਇਆ ਇਤਿਹਾਸ ਹੈ, ਜਾਂ ਡਾਕਟਰ ਜੀਤ ਸਿੰਘ ਸੀਤਲ ਹੋਣਾ ਦਾ ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ ਹੈ ਜਿਹੜਾ ਉਹ ਇਸ ਕਿਸਮ ਦੀਆਂ ਰਚਨਾਵਾਂ ਸਾਨੂੰ ਮੁੱਢਲੇ ਤੌਰ ਤੇ ਜਾਰਾ ਤੌਰ ਤੇ ਸਾਨੂੰ ਸਹਾਇਤਾ ਕਰਦੀਆਂ। ਜੇ ਅਸੀਂ ਥੋੜਾ ਜਿਹਾ ਨਵੇਂ ਦੌਰ ਨੂੰ ਨਾਲ ਸਮੇਟਣਾ ਹੋਵੇ ਤਾਂ ਜਿਹੜੇ ਸਾਡੇ ਦਿੱਲੀ ਅਕਾਦਮੀ ਦੇ ਸਾਹਿਤ ਦੇ ਇਤਿਹਾਸ ਹੈ ਉਹ ਸਹਾਇਤਾ ਕਰਦੇ ਹੈ। ਇਸ ਕਰਕੇ ਜਿਨ੍ਹਾਂ ਵਿਦਿਆਰਥੀਆਂ ਨੇ ਸਾਹਿਤ ਦੇ ਇਤਿਹਾਸ ਦੀ ਤਿਆਰੀ ਕਰਨੀ ਹੈ ਉਹਨਾਂ ਲਈ ਕੁਝ ਗੱਲਾਂ ਜਿਹੜੀਆਂ ਬਹੁਤ ਧਿਆਨ ਦੀ ਮੰਗ ਕਰਦੀਆਂ। ਇੱਕ ਤਾਂ ਇਹ ਹੈ ਕਿ ਉਹ ਸਾਰੀਆਂ ਪ੍ਰਵਿਰਤੀਆਂ ਦੀ ਨਿਰੰਤਰਤਾ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣ। ਫਰਜ਼ ਕਰ ਲਓ ਸਾਡੀਆਂ ਆਦਿਕਾਲ ਦੀਆਂ ਜਿਹੜੀਆਂ ਤੇ ਮੱਧਕਾਲ ਦੀਆਂ ਪ੍ਰਵਿਰਤੀਆਂ, ਉਹਨਾਂ ਨੂੰ ਮੋਟੇ ਤੌਰ ਤੇ ਅਸੀਂ ਦੋ ਹਿੱਸਿਆਂ ਦੇ ਵਿੱਚ ਵੰਡ ਲੈਂਦੇ ਆ। ਇੱਕ ਨੂੰ ਅਸੀਂ ਅਧਿਆਤਮਕ ਪ੍ਰਵਿਰਤੀ ਕਹਿੰਦੇ ਆ ਜਿਹਦੇ ਵਿੱਚ ਗੁਰਮਤ ਤੇ ਸੂਫੀ ਕਾਵ ਹੈ ਜਿਹੜਾ ਉਹ ਆ ਜਾਂਦਾ ਹੈ। ਇਸ ਤੋਂ ਪਹਿਲਾਂ ਸਰ ਤੁਹਾਡੀ ਗੱਲ ਵਿੱਚ ਮੈਂ ਟੋਕ ਲਿਆ, ਇਸ ਤੋਂ ਪਹਿਲਾਂ ਸਾਡੇ ਵਿਦਿਆਰਥੀਆਂ ਨੂੰ ਤੁਸੀਂ ਪ੍ਰਵਿਰਤੀ ਤੇ ਵਿਦਾ ਇਹਨਾਂ ਦੋਨਾਂ ਦੇ ਬਾਰੇ ਮੋਟਾ ਜਿਹਾ ਦੱਸਣ ਤੋਂ ਬਾਅਦ ਇਹੀ ਗੱਲ ਜਿੱਥੋਂ ਤੱਕ ਪ੍ਰਵਿਰਤੀ ਦੀ ਗੱਲ ਹੁੰਦੀ ਹੈ, ਪ੍ਰਵਿਰਤੀ ਇੱਕ ਖਾਸ ਕਿਸਮ ਦੇ ਵਿਚਾਰਧਾਰਕ ਪੱਖ ਨੂੰ ਅੱਗੇ ਲੈ ਕੇ ਜਾਣ ਦਾ ਜਿਹੜਾ ਆਧਾਰ ਹੁੰਦਾ ਉਹਨੂੰ ਅਸੀਂ ਪ੍ਰਵਿਰਤੀ ਕਹਿੰਦੇ ਆ। ਫਾਰ ਐਗਜ਼ਾਮਪਲ ਸਾਡੇ ਕੋਲੇ ਜਿਹੜੀਆਂ ਪ੍ਰਵਿਰਤੀਆਂ ਹੈ ਜਿਵੇਂ ਗੁਰਮਤ ਕਾਵ ਹੋ ਗਈ, ਸਾਡੇ ਕੋਲੇ ਵੀਰ ਕਾਵ ਹੋ ਗਈ, ਸੂਫੀ ਕਾਵ ਹੋ ਗਈ, ਕਿੱਸਾ ਕਾਵ ਹੋ ਗਈ, ਇਹ ਚਾਰ ਪ੍ਰਮੁੱਖ ਪ੍ਰਵਿਰਤੀਆਂ ਸਾਡੇ ਕੋਲੇ ਸਾਹਿਤ ਦੀਆਂ ਆ ਜਾਂਦੀਆਂ। ਅੱਗੇ ਜਿਹੜੀਆਂ ਇਸ ਚੋਂ ਵਿਧਾਵਾਂ ਦੇ ਵਿੱਚ ਅਸੀਂ ਅੱਗੇ ਉਹਨਾਂ ਦੀ ਸਬ ਡਿਵੀਜ਼ਨ ਕਰ ਲੈਂਦੇ ਹਾਂ। ਜਿਸ ਤਰੀਕੇ ਨਾਲ ਮੋਟੇ ਤੌਰ ਤੇ ਮੈਂ ਉੱਥੇ ਹੀ ਗੱਲ ਆਪਣੀ ਫੇਰ ਆ ਜਾਂਦੀ ਹੈ, ਇੱਕ ਨੂੰ ਅਸੀਂ ਅਧਿਆਤਮਕ ਸਾਹਿਤ ਕਹਿ ਦਿੰਦੇ ਹਾਂ, ਇੱਕ ਨੂੰ ਅਸੀਂ ਬ੍ਰਿਤਾਂਤਿਕ ਸਾਹਿਤ ਕਹਿ ਦਿੰਦੇ ਹਾਂ। ਜਦੋਂ ਇਹ ਸਾਰੀਆਂ ਆਧੁਨਿਕ ਕਾਲ ਦੇ ਵਿੱਚ ਆਉਂਦੀਆਂ ਤਾਂ ਇਹ ਅੱਗਿਓਂ ਬ੍ਰਿਤਾਂਤਿਕ ਸਾਹਿਤ ਹੈ ਜਿਹੜੀ ਉਹ ਗਲਪ ਵਿਧਾ ਦੇ ਵਿੱਚ ਬਦਲ ਜਾਂਦੀ ਹੈ। ਉਸ ਦੇ ਵਿੱਚ ਅੱਗੇ ਸਾਨੂੰ ਜਿਹੜਾ ਗਲਪ ਸਾਹਿਤ ਰੂਪ ਹੈ ਉਹਦੇ ਵੱਖ-ਵੱਖ ਰੂਪਾਕਾਰ ਦੇਖਣ ਨੂੰ ਮਿਲਦੇ ਆ, ਉਹਨਾਂ ਨੂੰ ਅਲੱਗ-ਅਲੱਗ ਵਿਚਾਰਿਆ ਜਾਂਦਾ ਹੈ। ਜਿਸ ਤਰੀਕੇ ਨਾਲ ਸਾਡਾ ਵਾਰਤਕ ਸਾਹਿਤ ਹੈ ਉਹ ਇੱਕ ਵਾਰਤਕ ਸਾਡਾ ਸਾਹਿਤ ਰੂਪ ਹੈ, ਉਹਦੇ ਵਿੱਚ ਅੱਗੇ ਹੋਰ ਉਸ ਦੇ ਰੂਪਾਕਾਰ ਆ ਜਾਂਦੇ ਆ। ਇਹ ਬੁਨਿਆਦੀ ਤੌਰ ਤੇ ਅਸੀਂ ਇਹਨਾਂ ਦੋਨਾਂ ਪੱਖਾਂ ਨੂੰ ਇਸ ਪੱਖੋਂ ਵੀ ਦੇਖ ਸਕਦੇ ਹਾਂ, ਕਿਉਂਕਿ ਸਾਹਿਤ ਦੇ ਇਤਿਹਾਸ ਜਿਹੜੇ ਪ੍ਰਾਪਤ ਆ ਉਹ ਵਿਧਾਵਾਂ ਦੇ ਵਿੱਚ, ਉਹ ਪ੍ਰਵਿਰਤੀਆਂ ਦੇ ਵਿੱਚ ਜਾਂ ਪ੍ਰਮੁੱਖ ਉਸ ਸਮੇਂ ਦੇ ਘਰਾਣਿਆਂ ਦੇ ਆਧਾਰ ਦੇ ਉੱਪਰ ਉਹਨਾਂ ਦੀ ਵੰਡ ਸਾਨੂੰ ਮਿਲਦੀ ਆ। ਇਹ ਸਵਾਲ ਇਸ ਲਈ ਸੀ। ਤੇ ਆਖਰ ਦੇ ਵਿੱਚ ਜੇਕਰ ਸਰ ਆਪਾਂ ਨੇ ਗੱਲ ਕਰਨੀ ਹੋਵੇ ਤਾਂ ਫਿਰ ਜਿਹੜਾ ਐਮਏ ਕਰਦਾ ਪਹਿਲੇ ਸਮੈਸਟਰ ਦਾ, ਐਮਏ ਭਾਗ ਪਹਿਲਾ ਦਾ ਪਹਿਲੇ ਸਮੈਸਟਰ ਦਾ ਜਿਹੜਾ ਵਿਦਿਆਰਥੀ ਆ ਤੇ ਉਸ ਦੇ ਲਈ
ਹੋਰ ਕਿਹੜੀ ਮੁੱਖ ਗੱਲ ਆ ਜਿਹੜਾ ਉਸ ਨੂੰ ਇੱਥੋਂ ਹੀ ਮੁੱਢ ਬਣਾ ਕੇ ਚੱਲਣਾ ਚਾਹੀਦਾ, ਜਿਹੜੀ ਉਹਦੀ ਐਮਏ ਜਦੋਂ ਐਮਏ ਕਰਕੇ ਉਸਨੇ ਬਾਹਰ ਆਉਣਾ ਤਾਂ ਉਦੋਂ ਤੱਕ ਨੂੰ ਉਹਦੇ ਕੋਲੇ ਉਹ ਸਾਰੀ ਚੀਜ਼ ਨਾਲ ਲਿਬਰੇਜ਼ ਹੋਵੇ ਆਪਣੇ ਆਪ ਦੇ ਵਿੱਚ, ਵੀ ਜਿਹੜਾ ਉਸਨੇ ਐਮਏ ਕਰਨ ਦੇ ਮਕਸਦ ਦੇ ਨਾਲ ਉਹਨੇ ਐਮਏ ਦੇ ਵਿੱਚ ਜਿਹੜਾ ਦਾਖਲਾ ਲਿਆ ਜੀ। ਦੇਖੋ, ਇੱਕ ਤਾਂ ਸਭ ਤੋਂ ਪ੍ਰਮੁੱਖ ਗੱਲ ਇਹ ਹੈ ਕਿ ਸਾਨੂੰ ਜਦੋਂ ਅਸੀਂ ਐਮਏ ਕਰਦੇ ਆ, ਜੋ ਕੁਝ ਵੀ ਸਾਨੂੰ ਪੜ੍ਹਾਇਆ ਜਾਂਦਾ ਜਾਂ ਸਾਡੇ ਦੁਆਰਾ ਪੜ੍ਹਿਆ ਜਾਂਦਾ ਜਾਂ ਸਾਡੇ ਸਿਲੇਬਸ ਦਾ ਅੰਗ ਹੈ, ਉਹਨੂੰ ਵੱਖ-ਵੱਖ ਖੰਡਾਂ ਦੇ ਵਿੱਚ ਵੰਡ ਕੇ ਨਹੀਂ ਦੇਖਣਾ ਚਾਹੀਦਾ। ਜਿਹੜਾ ਪੰਜਾਬੀ ਸਾਹਿਤ ਹੈ ਇਹ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ, ਇਹ ਇੱਕ ਦੂਜੇ ਦਾ ਆਪਾਂ ਇਹ ਕਹਿ ਦਈਏ ਕਿ ਸਮੁੱਚੇ ਰੂਪ ਦੇ ਵਿੱਚ ਇਹਨੂੰ ਸਮਝਿਆ ਜਾ ਸਕਦਾ ਹੈ। ਉਦਾਹਰਨ ਵਜੋਂ ਜਦੋਂ ਅਸੀਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਡੀ ਪੰਜਾਬੀ ਸਾਹਿਤ ਦਾ ਇਤਿਹਾਸ, ਪੰਜਾਬੀ ਆਲੋਚਨਾ ਦਾ ਇਤਿਹਾਸ, ਪੰਜਾਬੀ ਭਾਸ਼ਾ ਦਾ ਇਤਿਹਾਸ, ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਨੂੰ ਇੱਕ ਦੂਸਰੇ ਦੇ ਨੇੜੇ ਕਰਕੇ ਦੇਖਣਾ ਚਾਹੀਦਾ। ਫਿਰ ਜਿਹੜੀ ਵਿਦਿਆਰਥੀਆਂ ਲਈ ਸਭ ਤੋਂ ਵੱਡੀ ਦਿੱਕਤ ਆਉਂਦੀ ਹੈ ਕਿ ਇੰਨੇ ਲੰਮੇ ਪੜਾਅ ਦੇ ਇਤਿਹਾਸ ਨੂੰ ਸਮੇਟਿਆ ਕਿਵੇਂ ਜਾਵੇ, ਸਮਝਿਆ ਕਿਵੇਂ ਜਾਵੇ, ਤਾਂ ਉਸ ਨੂੰ ਅੱਗੇ ਫਿਰ ਅਸੀਂ ਵੱਖ-ਵੱਖ ਪੜਾਵਾਂ ਦੇ ਵਿੱਚ ਵੰਡ ਲੈਂਦੇ ਹਾਂ। ਉਸ ਨੂੰ ਵੱਖ-ਵੱਖ ਜਿਹੜੇ ਉਸ ਸਮੇਂ ਦੀਆਂ ਪ੍ਰਵਿਰਤੀਆਂ ਉਹਨਾਂ ਦੇ ਵਿੱਚ ਵੰਡ ਲੈਂਦੇ ਆ। ਫਿਰ ਅਸੀਂ ਕੱਲੀ-ਕੱਲੀ ਪ੍ਰਵਿਰਤੀ ਦਾ ਇਤਿਹਾਸ ਦੇਖਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਸਾਡੇ ਹਿੰਦੁਸਤਾਨ ਦੇ ਵਿੱਚ ਸੂਫੀ ਕਦੋਂ ਆਏ, ਚਿਸ਼ਤੀ ਸੰਪਰਦਾ ਕਦੋਂ ਆਈ, ਚਿਸ਼ਤੀ ਜਾਂ ਸੂਫੀ ਪਰੰਪਰਾ ਦਾ ਇਤਿਹਾਸ ਕੀ ਹੈ, ਸਾਡੀ ਗੁਰਮਤਿ ਪਰੰਪਰਾ ਕਦੋਂ ਸ਼ੁਰੂ ਹੋਈ, ਸਾਡੀ ਗੁਰਮਤਿ ਪਰੰਪਰਾ ਦਾ ਇਤਿਹਾਸ ਕੀ ਹੈ, ਗੁਰਮਤਿ ਪਰੰਪਰਾ ਦੇ ਪੜਾਅ ਕਿਹੜੇ-ਕਿਹੜੇ ਹੈ, ਸਾਡੀ ਜਿਹੜੀ ਕਿੱਸਾ ਕਾਵਿ ਪਰੰਪਰਾ ਉਹ ਕਦੋਂ ਤੋਂ ਸ਼ੁਰੂ ਹੋਈ, ਉਹਦੇ ਵਿੱਚ ਕਿਵੇਂ-ਕਿਵੇਂ ਵਿਕਾਸ ਕਰਦੀ ਹੋਈ ਉਹ ਅੱਜ ਤੱਕ ਪਹੁੰਚੀ, ਸਾਡੇ ਇਸੇ ਤਰੀਕੇ ਨਾਲ ਵੀਰ ਕਾਵਿ ਦੇ ਵਿੱਚ ਕਿਹੜੇ-ਕਿਹੜੇ ਪ੍ਰਮੁੱਖ ਆਧਾਰ ਹੈ, ਇਹਨਾਂ ਸਾਰਿਆਂ ਦੀ ਭਾਸ਼ਾ ਕਿਸ ਕਿਸਮ ਨਾਲ ਵਿਕਾਸ ਕਰਦੀ ਰਹੀ, ਇਹਨਾਂ ਦੇ ਸਾਹਿਤ ਰੂਪਾਂ ਦੇ ਵਿੱਚ ਕੀ ਤਬਦੀਲੀ ਆਉਂਦੀ ਰਹੀ, ਇਹਨਾਂ ਦੇ ਆਲੋਚਨਾਤਮਕ ਪੱਖ ਤੋਂ ਜਦੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਦੇ ਬਾਰੇ ਸਾਡੀ ਪਹੁੰਚ ਕਿਹੋ ਜਿਹੀ ਰਹੀ, ਮੁੱਢਲੀ ਆਲੋਚਨਾ ਸਾਡੀ ਜੀਵਨ ਤੇ ਰਚਨਾ ਤੱਕ ਆਧਾਰਿਤ ਰਹੀ, ਉਸ ਤੋਂ ਬਾਅਦ ਫਿਰ ਅਸੀਂ ਕਿਵੇਂ-ਕਿਵੇਂ ਵਿਕਾਸ ਕੀਤਾ। ਫਿਰ ਜਦੋਂ ਅਸੀਂ ਆਧੁਨਿਕ ਪੜਾਅ ਦੇ ਵਿੱਚ ਆ ਜਾਂਦੇ ਹਾਂ ਤਾਂ ਇਹਦੇ ਵਿੱਚ ਸਾਨੂੰ ਵੱਖ-ਵੱਖ ਜਿਹੜੇ ਸਾਹਿਤ ਦੇ ਰੂਪ ਹੈ, ਜਿਹੜੀ ਮੱਧਕਾਲ ਦੀ ਸਾਡੀ ਚੇਤਨਾ ਸੀ, ਉਹ ਆਧੁਨਿਕ ਕਾਲ ਦੇ ਵਿੱਚ ਜਿਹੜਾ ਸਾਹਿਤ ਦਾ ਪ੍ਰਗਟਾ ਮੁਹਾਵਰਾ ਬਦਲ ਗਿਆ, ਪਰ ਕਿਤੇ ਨਾ ਕਿਤੇ ਉਹ ਸਾਰੀਆਂ ਚੀਜ਼ਾਂ ਦੀ ਸਾਨੂੰ ਕਿਸੇ ਹੋਰ ਰੂਪ ਦੇ ਵਿੱਚ ਨਿਰੰਤਰਤਾ ਹੋਈ ਮਿਲਦੀ ਹੈ। ਉਹ ਸਾਰਿਆਂ ਨੂੰ ਸਮਝਣਾ ਸਾਨੂੰ ਚਾਹੀਦਾ। ਸਾਨੂੰ ਇੱਕ ਪਾਸੇ ਸਾਹਿਤ ਦੀ ਵਿਚਾਰਧਾਰਕ ਚੇਤਨਾ ਨੂੰ ਦੇਖਣ ਦੀ ਲੋੜ ਹੈ ਤੇ ਨਾਲ ਹੀ ਜਿਹੜੇ ਨਵੇਂ ਸਾਹਿਤ ਰੂਪ ਹੈ, ਉਹਨਾਂ ਨਵੇਂ ਸਾਹਿਤ ਰੂਪਾਂ ਦੇ ਪ੍ਰਮੁੱਖ ਤੱਤਾਤਮਕ ਆਧਾਰ ਕਿਹੜੇ ਹੈ ਉਹਨਾਂ ਨੂੰ ਵੀ ਜਾਣਨ ਦੀ ਲੋੜ ਹੈ, ਕਿਉਂਕਿ ਜਿੰਨਾ ਚਿਰ ਤੱਕ ਅਸੀਂ ਦੋਨਾਂ ਨੂੰ ਮੇਲ ਕੇ ਨਹੀਂ ਦੇਖਾਂਗੇ ਤਾਂ ਸਾਡਾ ਨਾ ਸਾਹਿਤ ਦੇ ਇਤਿਹਾਸ ਦੇ ਉੱਪਰ ਪਕੜ ਬਣੂਗੀ, ਨਾ ਸਾਡੀ ਪੰਜਾਬੀ ਸਾਹਿਤ ਦੇ ਉੱਪਰ ਪਕੜ ਬਣੂਗੀ। ਇਸ ਕਰਕੇ ਸਾਨੂੰ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ ਕਿ ਕਿਸ ਰਚਨਾ ਨੂੰ ਅਸੀਂ ਕਿਸ ਕੋਟੀ ਦੇ ਵਿੱਚ ਰੱਖਣਾ। ਜਦੋਂ ਅਸੀਂ ਇਸ ਸਾਰੀ ਬਰੀਕੀ ਨੂੰ ਸਮਝ ਗਏ ਤਾਂ ਫਿਰ ਜਿੱਦਾਂ ਕਿਸ਼ਨ ਸਿੰਘ ਨੇ ਕਿਤਾਬ ਲਿਖੀ ਸੀ ਸਾਹਿਤ ਦੀ ਸਮਝ, ਤਾਂ ਫਿਰ ਸਾਨੂੰ ਸਾਹਿਤ ਦੀ ਸਮਝ ਜਿਸ ਤਰੀਕੇ ਨਾਲ ਆਉਂਦੀ ਹੈ ਅਸੀਂ ਆਪਣਾ ਇੱਕ ਪਲਾਂਗ ਉਧਰ ਨੂੰ ਹੋਰ ਪੱਟ ਲਾਂਗੇ। ਸੋ ਪਿਆਰੇ ਵਿਦਿਆਰਥੀਓ ਤੇ ਦਰਸ਼ਕੋ, ਇਸ ਵੀਡੀਓ ਦੇ ਨਾਲ ਕੋਸ਼ਿਸ਼ ਕੀਤੀ ਹੈ ਕਿ ਕੁਝ ਮੁੱਢਲੀ ਜਾਣਕਾਰੀ ਹੈ ਜਿਹੜੀ ਉਹ ਸਰ ਹੋਰਾਂ ਨੇ ਆਪਣੇ ਵਿਚਾਰ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਈ ਹੈ। ਤੇ ਸਰ ਤੁਹਾਡਾ ਬਹੁਤ ਧੰਨਵਾਦ ਜੀ। ਧੰਨਵਾਦ ਤੇ ਧੰਨਵਾਦ ਜੀ ਬਹੁਤ।